ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਅਨਾੜੀ ਨੇ ਉਹਨਾਂ ਨੂੰ ਨੌਲੇਜ ਸ਼ੇਅਰਿੰਗ ਦੀ ਲੋੜ ਪੈ ਗਈ ਤੇ ਪਹੁੰਚ ਗਏ ਉਹ ਅਰਵਿੰਦ ਕੇਜਰੀਵਾਲ ਦੇ ਕੋਲ। ਪਹਿਲਾਂ ਹੀ ਉਹ ਕਹਿੰਦੇ ਸੀਗੇ ਕਿ ਜੀ ਇਹ ਆਪਣੀ ਸਮਝ ਦੇ ਨਾਲ ਸਰਕਾਰ ਨਹੀਂ ਚਲਾ। ਇਹ ਮਾਨ ਸਾਹਿਬ ਅਨਾੜੀ ਹੈ ਤੇ ਨਵਜੋਤ ਸਿੰਘ ਸਿੱਧੂ ਖਿਲਾੜੀ ਹੈ। ਇਹਨਾਂ ਖਿਲਾੜੀਆਂ ਦੀ ਬਦੌਲਤ ਤੇ ਪੰਜਾਬ ਇਸ ਬੱਤਰ ਹਾਲਾਤਾਂ 'ਚ ਹੈ। ਇਹਨਾਂ ਨੇ ਪੰਜਾਬ ਦਾ ਭੱਠਾ ਬਿਠਾਇਆ, ਇਹਨਾਂ ਨੇ ਪੰਜਾਬ ਤੇ ਕਰਜ਼ਾ ਚੜਾਇਆ, ਇਹਨਾਂ ਨੇ ਪੰਜਾਬ ਦੀ ਜਵਾਨੀ ਨੂੰ ਰੋਲਤਾ। ਨਵਜੋਤ ਸਿੰਘ ਸਿੱਧੂ ਅਹੰਕਾਰ ਦਾ ਪੁਤਲਾ, ਸੱਤਾ ਦਾ ਭੁੱਖਾ ਹੈ। ਇਲੈਕਸ਼ਨ ਕੈਂਪੇਨਸ ਦੇ ਵਿੱਚ ਇਹ ਗੱਲ ਕੀਤੀ ਗਈ ਹੈ ਕਿ ਸਕੂਲ ਚੰਗੇ ਨੇ, ਹਸਪੀਟਲ ਚੰਗੇ ਨੇ, ਪਰ ਅੱਜ ਇਸ ਚੀਜ਼ ਨੂੰ ਹਾਈਲਾਈਟ ਕਰਨ ਦੀ ਕੀ ਲੋੜ ਪੈ ਗਈ? ਕੀ ਇਹ ਇੱਕ ਪ੍ਰਮੋਸ਼ਨਲ ਪਲਾਨ? ਜਿਹੜਾ ਇਹ ਸਵਾਲ ਕਰ ਰਿਹਾ, ਮੈਨੂੰ ਤਾਂ ਉਸ ਬੰਦੇ ਦੀ ਬੁੱਧੀ ਤੇ ਤਰਸ ਆ ਰਿਹਾ ਜਿਹੜਾ ਤੁਹਾਨੂੰ ਇਹ ਕਹਿ ਰਿਹਾ। ਬਾਦਲ ਸਾਹਿਬ ਦੇ ਤੇ ਰੰਗ ਪਹਿਲਾਂ ਹੀ ਲਾਗੇ ਵੇਖ ਲਏ ਪੰਜਾਬ ਨੇ। ਨੌਲੇਜ ਸ਼ੇਅਰ ਜਿਹੜਾ ਐਗਰੀਮੈਂਟ ਹੋਇਆ, ਉਹਦਾ ਜਿਹੜਾ ਡਾਕੂਮੈਂਟ ਵੀ ਬਾਦਲ ਸਾਹਿਬ ਨੇ ਰੱਖਿਆ ਉਹ ਵੀ ਫੈਬਰੀਕੇਟਡ ਹੈ, ਝੂਠਾ ਆ। ਔਰ ਕਿਤੇ ਨਾ ਕਿਤੇ ਇਹ ਵੀ ਉਹ ਚੀਜ਼ ਹੈ ਕਿ ਦਿੱਲੀ ਦੇ ਮਾਡਲ ਨੂੰ ਹਾਈਲਾਈਟ ਕਰਨ ਦੀ ਕੋਸ਼ਿਸ਼ ਹੈ ਕਿ ਸਿਰਫ ਔਰ ਸਿਰਫ 2024 ਦੀ ਤਿਆਰੀ ਚੱਲ ਰਹੀ ਹੈ। ਵਾਅਦਾ ਇਹ ਸੀਗਾ ਕਿ ਜਿੱਦਾਂ ਹੀ 31 ਮਾਰਚ ਨੂੰ ਰਿਜ਼ਲਟ ਤੋਂ ਬਾਅਦ 31 ਮਾਰਚ ਤੋਂ ਬਾਅਦ ਮਤਲਬ ਕੋਈ ਕਿਸਾਨ ਸੁਸਾਈਡ ਨਹੀਂ ਕਰੇਗਾ। ਇਸ ਦੇ ਲਈ ਕੀ ਕਰ ਰਹੇ ਨੇ? ਮਤਲਬ ਅਗਰ ਦੇਖਿਆ ਜਾਵੇ ਤਾਂ ਸ਼ਾਇਦ ਇਹ ਪਹਿਲ ਦੇ ਆਧਾਰ ਦੇ ਉੱਤੇ ਕੁਝ ਹੋਣਾ ਚਾਹੀਦਾ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਿੱਲੀ ਪਹੁੰਚਦੇ ਨੇ ਤੇ ਦਿੱਲੀ ਦਾ ਮਾਡਲ ਦੇਖਦੇ ਨੇ, ਕਿਸ ਤਰੀਕੇ ਦੇ ਨਾਲ ਉੱਥੇ ਕੰਮ ਹੋ ਰਿਹਾ, ਬਹੁਤ ਜ਼ਿਆਦਾ ਇੰਪ੍ਰੈਸ ਹੁੰਦੇ ਨੇ। ਉਸ ਤੋਂ ਬਾਅਦ ਪੰਜਾਬ ਦੀ ਤੇ ਦਿੱਲੀ ਦੀ ਗਵਰਨਮੈਂਟ ਦੇ ਵਿੱਚ ਇੱਕ ਨੌਲੇਜ ਸ਼ੇਅਰਿੰਗ ਐਗਰੀਮੈਂਟ ਕੀਤਾ ਜਾਂਦਾ ਹੈ। ਇਹ ਐਗਰੀਮੈਂਟ ਹੁੰਦੇ ਹੀ ਚਾਰੋਂ ਚੁਫੇਰੇ ਅੱਗ ਲੱਗ ਜਾਂਦੀ ਹੈ, ਵਿਰੋਧੀ ਬੋਲਣ ਲੱਗ ਜਾਂਦੇ ਨੇ ਕਿ ਇਸ ਦੀ ਕੀ ਲੋੜ ਸੀਗੀ। ਇੱਥੋਂ ਤੱਕ ਕਿ ਨਵਜੋਤ ਸਿੰਘ ਸਿੱਧੂ ਨੇ ਇਹ ਵੀ ਕਹਿ ਦਿੱਤਾ ਕਿ ਭਗਵੰਤ ਮਾਨ ਅਨਾੜੀ ਨੇ। ਸੋ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਸਾਡੇ ਨਾਲ ਇੱਥੇ ਮਾਲਵਿੰਦਰ ਕੰਗ ਜੀ ਮੌਜੂਦ ਨੇ। ਸਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਪਹਿਲੀ ਗੱਲ ਤਾਂ ਸਵਾਲ ਕੁਝ ਇਹੋ ਜਿਹੇ ਆ ਸਕਦੇ ਨੇ ਜਿਹੜੇ ਕਿ ਥੋੜ੍ਹੇ ਤਿੱਖੇ ਹੋਣ, ਵਿਰੋਧੀ ਕਰ ਰਹੇ ਨੇ, ਅਨਾੜੀ ਦੱਸ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਅਨਾੜੀ ਨੇ, ਉਹਨਾਂ ਨੂੰ ਨੌਲੇਜ ਸ਼ੇਅਰਿੰਗ ਦੀ ਲੋੜ ਪੈ ਗਈ ਤੇ ਪਹੁੰਚ ਗਏ ਉਹ ਅਰਵਿੰਦ ਕੇਜਰੀਵਾਲ ਦੇ ਕੋਲ। ਪਹਿਲਾਂ ਹੀ ਉਹ ਕਹਿੰਦੇ ਸੀਗੇ ਕਿ ਜੀ ਇਹ ਆਪਣੀ ਸਮਝ ਦੇ ਨਾਲ ਸਰਕਾਰ ਨਹੀਂ ਚਲਾ ਸਕਦੇ। यानी कि नवजोत सिंह सिद्धू खिलाड़ी हैं। अगर मान साहब अनाड़ी हैं, मतलब जे मान साहब अनाड़ी है तो नवजोत सिंह सिद्धू खिलाड़ी है। इन्हां खिलाड़ियां दी बदौलत ते पंजाब इस बदतर हालातां 'च है। इन्हां खिलाड़ी चाहे अकाली होण चाहे कांग्रेसी होण, इन्हां ने पंजाब दा भट्ठा बिठाया, इन्हां ने पंजाब ते करजा चढ़ाया, इन्हां ने पंजाब दी जवानी नूं रोलता, इन्हां ने अपणियां बसां दे वड्डे वड्डे काफले खड़े करते। पंजाब रोड विच घाटे चल रहा, पंजाब ते 3 लाख करोड़ का करजा है ते इन्हां ने सुखविला ते अपना सिसवा एम्पायर खड़े कर ले। सो इहो ਜਿਹੇ खिलाड़ियां दी पंजाब नूं लोड़ नहीं है। नवजोत सिंह सिद्धू अहंकार दा पुतला है, सत्ता दा भुੱਖਾ है। वो आप मैंबर पार्लीमेंट भी रह लिया, मिनिस्टर भी रह लिया। ਸਿੰਗਲ ਇਨੀਸ਼ੀਏਟਿਵ ਨਹੀਂ ਆ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਕੋਈ ਅੱਜ ਤੱਕ ਉਹਨੇ ਕੋਈ ਕੰਮ ਕੀਤਾ ਹੋਵੇ। ਗੱਲਾਂ ਦਾ ਕੜਾ ਜਿੰਨਾ ਮਰਜ਼ੀ ਪਕਾ ਲਓ, ਇਹੋ ਜਿਹੀ ਬਕਵਾਸ ਜਿਹੜੀ ਗੱਲਾਂ ਕਰਦੇ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਜਦੋਂ ਇਹ ਸਵਾਲ ਉੱਠਦੇ ਨੇ ਕਿ ਨੌਲੇਜ ਸ਼ੇਅਰਿੰਗ ਦੀ ਲੋੜ ਕਿਉਂ ਪੈ ਗਈ, ਕਿਉਂਕਿ ਦੇਖਿਆ ਜਾਵੇ ਤਾਂ ਭਗਵੰਤ ਮਾਨ ਕੋਈ ਬਾਹਰੋਂ ਨਹੀਂ ਹੈਗੇ, ਸੇਮ ਪਾਰਟੀ ਹੈਗੀ ਹੈ, ਦੋਨੋਂ ਸਟੇਟਸ ਦੇ ਵਿੱਚ ਸੇਮ ਪਾਰਟੀ ਦੀ ਗਵਰਨਮੈਂਟ ਹੈ। ਸੋ ਅਵੇਅਰ ਸੀਗੇ, ਆਲਰੇਡੀ ਅਵੇਅਰ ਸੀਗੇ। ਇਲੈਕਸ਼ਨ ਕੈਂਪੇਨਸ ਦੇ ਵਿੱਚ ਇਹ ਗੱਲ ਕੀਤੀ ਗਈ ਹੈ ਕਿ ਸਕੂਲ ਚੰਗੇ ਨੇ, ਹਸਪੀਟਲ ਚੰਗੇ ਨੇ, ਪਰ ਅੱਜ ਇਸ ਚੀਜ਼ ਨੂੰ ਹਾਈਲਾਈਟ ਕਰਨ ਦੀ ਕੀ ਲੋੜ ਪੈ ਗਈ? ਕੀ ਇਹ ਇੱਕ ਪ੍ਰਮੋਸ਼ਨਲ ਪਲਾਨ ਹੈ? ਇਹ ਸਰਕਾਰਾਂ ਦੋਸਤੀਆਂ ਨਾਲ ਜਾਂ ਭਾਈਚਾਰਿਆਂ ਨਾਲ ਥੋੜ੍ਹੀ ਚੱਲਦੀਆਂ। ਸਰਕਾਰਾਂ ਤੇ ਇੱਕ ਸਿਸਟਮ ਨਾਲ ਚੱਲਦੀਆਂ, ਜਿਹੜੇ ਇੱਕ ਆਫੀਸ਼ੀਅਲੀ ਪ੍ਰੋਸੈਸ ਹੈ ਸਰਕਾਰ ਚਲਾਉਣ ਦਾ। ਜੀ, ਸਰਕਾਰ 'ਚ ਐਕਸਪਰਟੀਜ਼ ਵੀ ਹੈ, ਸਰਕਾਰ 'ਚ ਮੰਤਰੀ ਵੀ ਹੈ, ਸਰਕਾਰ 'ਚ ਬਿਊਰੋਕਰੇਟਸ ਵੀ ਹੈ। ਕਿਹੜਾ ਇਹ ਸਵਾਲ ਕਰ ਰਿਹਾ, ਮੈਨੂੰ ਤਾਂ ਉਸ ਬੰਦੇ ਦੀ ਬੁੱਧੀ ਤੇ ਤਰਸ ਆ ਰਿਹਾ ਜਿਹੜਾ ਤੁਹਾਨੂੰ ਇਹ ਕਹਿ ਰਿਹਾ। ਵੀਰ ਬਾਦਲ ਬਾਦਲ ਸਾਹਿਬ ਦੇ ਤੇ ਰੰਗ ਪਹਿਲਾਂ ਹੀ ਲਾਗੇ ਵੇਖ ਲਏ ਪੰਜਾਬ ਨੇ। ਉਹ ਬਾਦਲ ਸਾਹਿਬ ਨੇ ਤਾਂ ਜਿਹੜਾ ਡਾਕੂਮੈਂਟ ਵੀ ਅੱਜ ਪੇਸ਼ ਕੀਤਾ ਨਾ, ਨੌਲੇਜ ਸ਼ੇਅਰ ਜਿਹੜਾ ਐਗਰੀਮੈਂਟ ਹੋਇਆ, ਉਹਦਾ ਜਿਹੜਾ ਡਾਕੂਮੈਂਟ ਵੀ ਬਾਦਲ ਸਾਹਿਬ ਨੇ ਰੱਖਿਆ ਉਹ ਵੀ ਫੈਬਰੀਕੇਟਡ ਹੈ, ਝੂਠਾ ਆ। ਲੋਕਾਂ ਨੂੰ ਬੁੱਧੂ ਬਣਾਉਣ ਦਾ ਇੱਕ ਕੰਮ ਕੀਤਾ ਹੈ। ਨੌਲੇਜ ਸ਼ੇਅਰ ਐਗਰੀਮੈਂਟ ਜਿਹੜਾ ਮੇਰੇ ਹੱਥ 'ਚ ਹੈ, ਇਹਦੇ ਹਿਸਾਬ ਨਾਲ ਪੰਜਾਬ ਔਰ ਦਿੱਲੀ ਦੀ ਸਰਕਾਰ ਫਿਊਚਰ 'ਚ ਜਿਹੜੇ ਚੰਗੇ ਇਨੀਸ਼ੀਏਟਿਵ ਹੈ ਗਵਰਨੈਂਸ ਨੂੰ ਲੈ ਕੇ, ਲੋਕ ਦੇ ਹਿੱਤ ਨੂੰ ਲੈ ਕੇ, ਉਹਨਾਂ ਨੂੰ ਇੱਕ ਦੂਜੇ ਦੇ ਸੂਬੇ 'ਚ ਲਾਗੂ ਕਰੂਗੀ, ਲੇਕਿਨ ਲੀਗਲੀ ਇਨਫੋਰਸੇਬਲ ਨਹੀਂ ਹੈ। ਕੰਗ ਸਾਹਿਬ, ਜਿਵੇਂ ਕਿ ਵਿਰੋਧੀਆਂ ਵੱਲੋਂ ਲਗਾਤਾਰ ਇਸ ਚੀਜ਼ ਨੂੰ ਲੈ ਕੇ ਜਿਵੇਂ ਇਹ ਸ਼ਬਦ ਵਰਤੇ ਜਾਂਦੇ ਨੇ ਕਿ ਠੰਡੀਆਂ ਹਵਾਵਾਂ ਹਿਮਾਚਲ ਦੀਆਂ, ਉਸ ਤੋਂ ਲੈਣ ਨੂੰ ਵੇਲ ਨਹੀਂ ਮਿਲਿਆ ਜਾਂ ਕੁਝ ਵੀ। ਸੋ ਦੇਖਿਆ ਜਾਵੇ ਤਾਂ ਦਿੱਲੀ ਦੇ ਮਾਡਲ ਨੂੰ ਲੈ ਕੇ ਬਹੁਤ ਜ਼ਿਆਦਾ ਪ੍ਰਮੋਸ਼ਨ ਚੱਲ ਰਹੀ ਹੈ ਇੱਕ ਤਰ੍ਹਾਂ, ਇਸ ਤੋਂ ਤਾਂ ਇਨਕਾਰ ਨਹੀਂ ਕਰੋਗੇ। ਔਰ ਕਿਤੇ ਨਾ ਕਿਤੇ ਇਹ ਵੀ ਉਹ ਚੀਜ਼ ਹੈ ਕਿ ਦਿੱਲੀ ਦੇ ਮਾਡਲ ਨੂੰ ਹਾਈਲਾਈਟ ਕਰਨ ਦੀ ਕੋਸ਼ਿਸ਼ ਹੈ ਕਿ ਸਿਰਫ ਔਰ ਸਿਰਫ 2024 ਦੀ ਤਿਆਰੀ ਚੱਲ ਰਹੀ ਹੈ। ਦਿੱਲੀ 'ਚ ਜਿਹੜੇ ਮੁੱਖ ਮੰਤਰੀ ਜੀ ਹੈ ਨਾ, ਉਹ IIT ਦੇ ਗ੍ਰੈਜੂਏਟ ਹੈ ਜੀ, ਔਰ ਸਾਬਕਾ ਬਿਊਰੋਕਰੇਟ ਵੀ हैं ਜਿਹੜੇ ਨੌਕਰੀ ਛੱਡ ਕੇ ਆਏ ਆ ਲੋਕ ਸੇਵਾ ਵਾਸਤੇ। ਉਹ ਬਾਦਲ ਸਾਹਿਬ ਵਾਂਗੂ
ਅਮੀਰ ਭਾਪੇ ਦੇ ਬੇਟੇ ਨਹੀਂ ਗੇ, ਜਿਹੜੇ ਭਾਪੇ ਦੇ ਪੈਸੇ ਸਿਰ ਤੇ ਬਾਹਰਲੇ ਮੁਲਕਾਂ 'ਚ ਸ਼ੌਂਕੀਆ ਪੜ੍ਹਾਈ ਕਰਨ ਜਾਂਦੇ ਆ। ਤਾਂ ਅਰਵਿੰਦ ਕੇਜਰੀਵਾਲ ਜੀ ਦਾ ਮਾਡਲ ਆਫ ਗਵਰਨੈਂਸ ਸਾਰੀ ਦੁਨੀਆ 'ਚ ਐਕਸੈਪਟ ਹੋ ਰਿਹਾ, ਸਾਰੇ ਮੁਲਕ 'ਚ ਐਕਸੈਪਟ। ਸਟਾਲਿਨ ਵੀ ਤੇ ਆਏ ਸੀ ਜੀ, ਮਮਤਾ ਬਨਰਜੀ ਵੀ ਹੁੰਦੇ ਆ, ਡੋਨਾਲਡ ਟਰੰਪ ਦੀ ਵਾਈਫ ਹੁੰਦੀ ਉਹਨਾਂ ਦੇ ਸਕੂਲ ਦੇਖਣ। ਤੇ ਬੁਰਾਈ ਕੀ ਜੇ ਬੰਦੇ ਨੇ ਕਰਕੇ ਦਿਖਾਇਆ ਹੈ ਤੇ ਉਹ 'ਚੋਂ ਚੰਗੀਆਂ ਚੀਜ਼ਾਂ। ਸਾਡੇ ਤੇ ਵੈਸੇ ਵੀ ਨੈਸ਼ਨਲ ਕਨਵੀਨਰ ਆ ਉਹ, ਅਸੀਂ ਤੇ ਉਹਨਾਂ ਤੋਂ ਵੈਸੇ ਵੀ ਗਾਈਡੈਂਸ ਲੈਂਦੇ ਆ। ਮੈਂ ਤੁਹਾਡੇ ਦਰਸ਼ਕਾਂ ਨੂੰ ਪਤਾ ਆ, ਲੇਕਿਨ ਮੈਂ ਅਕਾਲੀ ਦਲ ਨੂੰ ਦੱਸਦਾ। ਤੋ ਲੇਕਿਨ ਮੈਨੂੰ ਲੱਗਦਾ ਹੈ ਵੀ ਜਿਨ੍ਹਾਂ ਲੋਕਾਂ ਨੇ ਪੰਜਾਬ ਦੀ ਜਵਾਨੀ ਨੂੰ ਡਾਰਕ ਕਰਤਾ ਅਤੇ ਉਹਨਾਂ ਦਾ ਭਵਿੱਖ, ਜਿਨ੍ਹਾਂ ਕਾਂਗਰਸ ਦੇ ਕਰਕੇ ਪੰਜਾਬ ਦਾ ਦਹਾਕਿਆਂ ਤੱਕ ਪੰਜਾਬ ਨੂੰ ਅੰਧਕਾਰ 'ਚ ਧੱਕਤਾ ਸੀ, ਉਹਨਾਂ ਨੂੰ ਇਸ 'ਤੇ ਸਵਾਲ ਖੜੇ ਕਰਨ ਦੀ ਮੈਨੂੰ ਲੱਗਦਾ ਮੋਰਲ ਹੁਣ ਰਾਈਟ ਹੀ ਨਹੀਂ ਰਹਿ ਗਈ। ਸੋ ਇਹ ਬੇਬੁਨਿਆਦ ਸਵਾਲ ਕਰਦੇ ਆ। ਔਰ ਇਹਨਾਂ ਦੇ ਟਾਈਮ ਮੈਨੂੰ ਇਹ ਦੱਸੋ, ਬਾਦਲ ਸਾਹਿਬ ਅੰਟਾਰੀਓ ਸਟੇਟ 'ਚ ਗਏ ਜੀ, ਅੰਟਾਰੀਓ ਐਗਰੀਮੈਂਟ ਕਰਕੇ ਆਏ ਫੂਡ ਪ੍ਰੋਸੈਸਿੰਗ ਨੂੰ ਲੈ ਕੇ, ਐਗਰੀਕਲਚਰ ਡਾਈਵਰਸੀਫਿਕੇਸ਼ਨ ਨੂੰ ਲੈ ਕੇ, ਹਾਲਾਂਕਿ ਕੀਤਾ ਕਰਾਇਆ ਕੁਛ ਨਹੀਂ। ਡਾਕਟਰ ਮਨਮੋਹਨ ਸਿੰਘ ਜੀ ਵੀ ਚਾਈਨਾ 'ਚ ਗਏ, ਉਦੋਂ ਵੀ MOU ਕਰਕੇ ਆਏ, ਤੇ ਫਿਰ ਪੰਜਾਬ ਦੇ ਹਿੱਤ ਜਾਂ ਦੇਸ਼ ਦੇ ਹਿੱਤ ਉੱਥੇ ਦੇ ਆਏ ਸੀ। ਇਹਨਾਂ ਨੂੰ ਮੇਰਾ ਸਵਾਲ ਹੈ ਜੀ, ਬੇਬੁਨਿਆਦ ਗੱਲਾਂ ਝੂਠ ਬੁਲਾਈ ਜਾਓ ਸਿਰਫ ਸੁਰਖੀਆਂ 'ਚ ਲੈਣ ਲਈ। ਸੋ ਮੈਨੂੰ ਲੱਗਦਾ ਇਹਨਾਂ ਨੂੰ ਸਵਾਗਤ ਕਰਨਾ ਚਾਹੀਦਾ। ਦੂਜੀ ਗੱਲ, ਇਹ ਬਾਦਲ ਸਾਹਿਬ ਵਾਂਗੂ ਭੇਡੂ ਘੋੜੇ ਲੈਣ ਨਹੀਂ ਚੱਲੇ ਅਸੀਂ ਉੱਥੇ, ਅਸੀਂ ਉੱਥੋਂ ਆਈਡੀਆਜ਼ ਲੈਣ ਚੱਲੇ ਹਾਂ ਜਿਹੜੇ ਪੰਜਾਬ ਦੇ ਲੋਕਾਂ ਦੀ ਬਿਹਤਰੀ ਲਈ ਲਾਗੂ ਕੀਤੇ ਜਾਣ। ਜੀ। ਅੱਛਾ ਜੀ, ਗੱਲ ਕੀਤੀ ਜਾਵੇ ਹੁਣ ਜਿਵੇਂ ਕਿ ਕਣਕ ਦਾ ਸੀਜ਼ਨ ਲੰਘਿਆ, ਝਾੜ ਵੀ ਘੱਟ ਹੋਇਆ, ਉਸ ਤੋਂ ਬਾਅਦ ਲਗਾਤਾਰ ਕਿਸਾਨਾਂ ਦੀ ਮੌਤਾਂ ਦੀ, ਸੁਸਾਈਡਸ ਦੀ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਵਾਅਦਾ ਇਹ ਸੀਗਾ ਕਿ ਜਿੱਦਾਂ ਹੀ 31 ਮਾਰਚ ਨੂੰ ਰਿਜ਼ਲਟ ਤੋਂ ਬਾਅਦ, 31 ਮਾਰਚ ਤੋਂ ਬਾਅਦ ਮਤਲਬ ਕੋਈ ਕਿਸਾਨ ਸੁਸਾਈਡ ਨਹੀਂ ਕਰੇਗਾ। ਇਸ ਦੇ ਲਈ ਕੀ ਕਰ ਰਹੇ ਨੇ? ਮਤਲਬ ਅਗਰ ਦੇਖਿਆ ਜਾਵੇ ਤਾਂ ਸ਼ਾਇਦ ਇਹ ਪਹਿਲ ਦੇ ਆਧਾਰ ਦੇ ਉੱਤੇ ਕੁਝ ਹੋਣਾ ਚਾਹੀਦਾ ਸੀ ਸਟੈਪ। ਬਿਲਕੁਲ, ਦੇਖੋ ਮੈਂ ਆਈ ਫੁੱਲੀ ਐਗਰੀ ਵਿਦ ਯੂ, ਕਿਸਾਨੀ ਬੜੇ ਬਦਤਰ ਹਾਲਤ 'ਚ ਹੈ। ਮਾਨਯੋਗ ਮੁੱਖ ਮੰਤਰੀ ਜੀ ਨੇ ਅੱਜ ਦਿੱਲੀ 'ਚ ਵੀ ਜ਼ਿਕਰ ਕੀਤਾ ਜੀ, ਲੇਕਿਨ ਇਹ ਹਾਲਾਤ ਕਿਉਂ ਬਣ ਗਏ? ਅੱਜ ਤੇ ਸੈਂਟਰ ਨੇ ਵੀ ਸਵਾਲ ਉਠਾਤੇ ਵੀ ਪੈਸਟੀਸਾਈਡ ਵਰਤਦੇ ਆ, ਫਰਟੀਲਾਈਜ਼ਰ ਵਰਤਦੇ ਆ, ਲੇਕਿਨ ਸੈਂਟਰ ਨੇ ਪੰਜਾਬ ਦੇ ਕਿਸਾਨਾਂ ਤੋਂ ਮੰਗ ਕੀਤੀ ਸੀ ਕਿਸੇ ਜ਼ਮਾਨੇ 'ਚ। ਜੀ, ਉਸ ਤੋਂ ਬਾਅਦ ਨਾ ਤੇ ਸੈਂਟਰ ਨੇ ਪੰਜਾਬ ਦੀ ਬਾਂਹ ਫੜੀ, ਤੇ ਜਿਹੜੀਆਂ ਪੰਜਾਬ ਦੀਆਂ ਸਰਕਾਰਾਂ ਇਹਨਾਂ ਤੇ ਨੋਟ ਸਿੰਗਲ ਪਾਲਿਸੀ ਕਿਸਾਨੀ ਨੂੰ ਲੈ ਕੇ ਨਹੀਂ। ਈਵਨ ਜਿਹੜਾ ਸਾਡਾ ਰਿਸਰਚ ਸੈਂਟਰ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਉਸ ਰਿਸਰਚ ਸੈਂਟਰ ਨੂੰ ਵੀ ਇੱਕ ਪੈਸਾ ਇਹਨਾਂ ਨੇ ਪਿਛਲੇ ਸਮੇਂ 'ਚ। ਸਾਡੀ ਕਮਿਟਮੈਂਟ ਹੈ। ਔਰ ਮਾਨ ਸਾਹਿਬ ਨੇ ਪੰਜਾਬ ਦੇ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਕੀਤੀ ਆ, ਕਿਸਾਨਾਂ ਨੂੰ ਖਾਸ ਕਰ, ਇਸ ਤਰ੍ਹਾਂ ਦੇ ਕੰਮ ਨਾ ਕਰੋ, ਸੁਸਾਈਡ ਨਾ ਕਰੋ, ਥੋੜ੍ਹਾ ਜਿਹਾ ਟਾਈਮ ਦਿਓ। ਦੇਖੋ ਟਾਈਮ ਤੇ ਸਰਕਾਰ ਨੂੰ ਦੇਣਾ ਪੈਣਾ, ਔਰ ਸਰਕਾਰ ਕਮਿਟਡ ਹੈ। ਸਰਕਾਰ ਦਾ ਕੋਈ ਮੰਤਰੀ MLA ਕਿਸੇ ਨੈਕਸਸ, ਕਿਸੇ ਲੁੱਟ ਖਸੁੱਟ ਦਾ ਹਿੱਸਾ ਨਹੀਂ ਹੋਊਗਾ। ਜੇ ਕੋਈ ਪਾਇਆ ਜਾਊਗਾ ਇਮੀਡੀਏਟਲੀ ਬਾਹਰ ਜਾਊਗਾ। ਮੁੱਖ ਮੰਤਰੀ ਜੀ ਦੀ ਨੀਅਤ ਔਰ ਨੀਤੀ ਸਾਫ਼ ਹੈ। ਆਉਣ ਵਾਲੇ ਟਾਈਮ 'ਚ ਅਸੀਂ ਐਗਰੀਕਲਚਰ ਪਾਲਿਸੀ ਵੀ ਲੈ ਕੇ ਆਵਾਂਗੇ ਤਾਂ ਕਿ ਕਿਸਾਨੀ ਨੂੰ ਵੀ ਪੈਰਾਂ 'ਤੇ ਖੜੇ ਕਰੀਏ ਔਰ ਜਵਾਨੀ ਨੂੰ ਬਚਾਈਏ। ਪਰ ਕਿੰਨੀ ਕੁ ਛੇਤੀ ਦੋ ਮਸਲੇ ਜਿਹੜੇ ਜ਼ਿਆਦਾ ਵੱਡੇ, ਬਿਜਲੀ ਦਾ ਤੇ ਕਿਸਾਨੀ ਦਾ, ਉਸ ਤੋਂ ਬਾਅਦ ਲਗਾਤਾਰ ਜਿਹੜੇ ਕਿਸਾਨ ਸੁਸਾਈਡ ਵੀ ਕਰ ਰਹੇ ਨੇ, ਤਾਂ ਮੈਨੂੰ ਲੱਗਦਾ ਹੈ ਜਾਂ ਦੁਨੀਆ ਨੂੰ ਲੱਗਦਾ ਹੈ ਕਿ ਤੁਹਾਨੂੰ ਸ਼ਾਇਦ ਬਹੁਤ ਜਲਦੀ ਇਹਦੇ ਉੱਤੇ ਕੁਝ ਸਟੈਪ ਹੋਣਾ ਚਾਹੀਦਾ। ਤਾਂ ਕਿੰਨੀ ਛੇਤੀ ਕੀ ਸਟੈਪ ਹੋਏਗਾ ਤਾਂ ਕਿ ਇਹ ਜਿਹੜੀਆਂ ਮੌਤਾਂ ਰੁਕ ਸਕਣ? ਟਾਈਮ ਬਾਉਂਡ ਤੇ ਇਹਨੂੰ ਮੈਂ ਕਰ ਨਹੀਂ ਸਕਦਾ ਜੀ, ਲੇਕਿਨ ਸਰਕਾਰ ਦੀ ਪ੍ਰਾਇੋਰਟੀ ਲਿਸਟ ਜਿਹੜੀ ਆ ਉਹਦੇ 'ਚ ਇਹ ਆ। ਤਾਂ ਸੁਭਾਵਿਕ ਤੌਰ ਤੇ ਜਦੋਂ ਸਰਕਾਰ ਦੀ ਮਨਸ਼ਾ ਹੀ ਇਹ ਆ, ਸਰਕਾਰ ਬਣੀ ਇਸ ਏਜੰਡੇ ਤੇ ਆ। ਔਰ ਭਗਵੰਤ ਸਿੰਘ ਮਾਨ ਜੀ ਨੇ ਕੋਈ ਬੱਸਾਂ ਦਾ ਫਲੀਟ ਨਹੀਂ ਕਰਨਾ ਖੜਾ। ਜੀ, ਮਾਨ ਸਾਹਿਬ ਨੇ ਕੋਈ ਹੋਟਲ ਨਹੀਂ ਬਣਾਉਣੇ। ਮਾਨ ਸਾਹਿਬ ਦਾ ਮਕਸਦ ਇੱਕ, ਪੈਸੇ ਉਹਨੇ ਆਪਣੀ ਆਰਟਿਸਟ ਦੇ ਟਾਈਮ ਬਹੁਤ ਕਮਾ ਲਏ ਸੀ, ਉਹਨੂੰ ਪੈਸੇ ਦੀ ਭੁੱਖ ਨਹੀਂ। ਉਹਨੇ ਤੇ ਆਪਣੀ ਰਾਜਨੀਤੀ 'ਚ ਆ ਕੇ ਪ੍ਰਾਪਰਟੀ ਵੇਚ ਲਈ ਆ, ਘਟ ਗਈ ਉਹਦੀ। ਉਹਦਾ ਇੱਕੋ ਹੀ ਮਕਸਦ, ਉਹਨਾਂ ਦਾ ਇੱਕ ਮਕਸਦ ਹੈ ਮਾਨ ਸਾਹਿਬ ਦਾ, ਪੰਜਾਬ ਦੀ ਨੌਜਵਾਨੀ ਕਿਸਾਨੀ ਨੂੰ ਪੈਰਾਂ 'ਤੇ ਖੜੇ ਕਰੀਏ, ਪੰਜਾਬ ਨੂੰ ਪੈਰਾਂ 'ਤੇ ਖੜੇ। ਸੋ ਸਰਕਾਰ ਕਰੂਗੀ, ਬਹੁਤ ਜਲਦੀ ਕਰੂ। ਜੀ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲ ਕਰਨ ਲਈ। ਇਹ ਸੀਗੇ ਜੀ ਮਾਲਵਿੰਦਰ ਕੰਗ, ਜੋ ਕਿ ਕਹਿ ਰਹੇ ਨੇ ਕਿ ਥੋੜਾ ਸਮਾਂ ਜ਼ਰੂਰ ਲੱਗੇਗਾ, ਪਰ ਜਿਹੜੇ ਵਾਅਦੇ ਕੀਤੇ ਗਏ ਨੇ ਆਮ ਆਦਮੀ ਪਾਰਟੀ ਵੱਲੋਂ ਸਰਕਾਰ ਬਣਾਉਂਦੇ ਸਮੇਂ, ਉਹ ਜ਼ਰੂਰ ਪੂਰੇ ਕੀਤੇ ਜਾਣਗੇ। ਔਰ ਭਗਵੰਤ ਮਾਨ ਦੀ ਗੱਲ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਨੀਅਤ ਸਾਫ਼ ਹੈ ਔਰ ਇਸ ਲਈ ਉਹ ਸਾਫ਼ ਨੀਅਤ ਦੇ ਨਾਲ ਆਪਣੇ ਕੰਮ ਪੂਰੇ ਕਰਨਗੇ। ਕੈਮਰਾਮੈਨ ਮੋਹਨ ਦੇ ਨਾਲ ਮੈਂ ਸ਼ੇਖਰ ਹੈ, ਹਮਦਰਦ TV ਚੰਡੀਗੜ੍ਹ।